ਬੱਚਿਓ ਅੱਜ ਦੀ BA 5th ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਇੱਕ ਮਹੱਤਵਪੂਰਨ ਟੌਪਿਕ ਜਿਹੜਾ ਹੈਗਾ ਉਹ ਡਿਸਕਸ ਕੀਤਾ ਸੀਗਾ ਕੰਪੈਰੀਟਿਵ ਗਵਰਨਮੈਂਟ ਅਤੇ ਪੋਲਿਟਿਕਸ ਵਾਲਾ। ਅਸੀਂ ਕੰਪੈਰੀਟਿਵ ਗਵਰਨਮੈਂਟ ਦਾ ਕੱਲ ਮੀਨਿੰਗ ਦੇਖਿਆ ਸੀ, ਕੰਪੈਰੀਟਿਵ ਪੋਲਿਟਿਕਸ ਦਾ ਮੀਨਿੰਗ ਦੇਖਿਆ ਸੀ, ਦੋਨਾਂ ਦੇ ਵਿੱਚ ਜਿਹੜਾ ਅੰਤਰ ਹੈ ਉਹਨੂੰ ਸਮਝਿਆ ਸੀ। ਸੋ ਅੱਜ ਅਸੀਂ ਇਹਨਾਂ ਦੋਨਾਂ ਦੇ ਵਿਸ਼ੇ ਵਸਤੂ ਦੀ ਜਿਹੜੀ ਹੈ ਉਹ ਗੱਲ ਕਰਾਂਗੇ, ਉਹਨੂੰ ਡਿਸਕਸ ਕਰਾਂਗੇ। ਸੋ ਮੈਂ ਅੱਜ ਦਾ ਆਪਣਾ ਜਿਹੜਾ ਲੈਕਚਰ ਹੈ ਉਹਦੀ ਜਿਹੜੀ ਹੈ ਸ਼ੁਰੂਆਤ ਕਰਦਾ ਹਾਂ। ਮੈਂ ਤੁਹਾਡੇ ਨਾਲ ਇੱਥੇ ਇੱਕ ਡਾਕੂਮੈਂਟ ਸ਼ੇਅਰ ਕਰਨ ਲੱਗਾ ਹੈਗਾ। ਸੋ ਅਗਰ ਅਸੀਂ ਇਹਦੇ ਵਿਸ਼ੇ ਵਸਤੂ ਦੀ ਗੱਲ ਕਰੀਏ ਤਾਂ ਜਿਹੜੀ ਤੁਲਾਤਮਕ ਸਰਕਾਰ ਸੀਗੀ ਉਹਦੇ ਅੰਤਰਗਤ ਕੇਵਲ ਜਿਹੜੀਆਂ ਰਸਮੀ ਸੰਸਥਾਵਾਂ ਹੁੰਦੀਆਂ ਸੀਗੀਆਂ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਸੀ। ਕੇਵਲ ਰਸਮੀ ਸੰਸਥਾਵਾਂ ਦਾ ਜਿਹੜਾ ਹੈ ਅਧਿਐਨ ਹੁੰਦਾ ਸੀ। ਦੂਸਰੀ ਗੱਲ, ਇਹ ਜਿਹੜਾ ਅਧਿਐਨ ਸੀਗਾ ਤਿੰਨ ਚੀਜ਼ਾਂ ਤੇ ਆਧਾਰਿਤ ਹੁੰਦਾ ਸੀ। ਤਿੰਨ ਚੀਜ਼ਾਂ ਤੇ ਆਧਾਰਿਤ ਹੁੰਦਾ ਸੀ, ਲਿਖ ਲਓ। ਇਹ ਦਾਰਸ਼ਨਿਕ ਆਧਾਰ ਤੇ ਇਸ ਦਾ ਅਧਿਐਨ ਕੀਤਾ ਜਾਂਦਾ ਸੀ। ਇਸ ਦਾ ਅਧਿਐਨ ਜਿਹੜਾ ਹੈ ਕਾਨੂੰਨੀ ਆਧਾਰ ਉੱਤੇ ਕੀਤਾ ਜਾਂਦਾ ਸੀ ਅਤੇ ਇਸ ਦਾ ਅਧਿਐਨ ਜਿਹੜਾ ਹੈ ਇਤਿਹਾਸਿਕ ਆਧਾਰ ਉੱਤੇ ਜਿਹੜਾ ਹੈ ਕੀਤਾ ਜਾਂਦਾ ਸੀ। ਮਤਲਬ ਇਹ ਤਿੰਨ ਜਿਹੜੀਆਂ ਅਪਰੋਚਿਸ ਹੈ ਉਹ ਲਈਆਂ ਜਾਂਦੀਆਂ ਸੀਗੀਆਂ, ਜਿਨ੍ਹਾਂ ਦੇ ਥਰੂ ਜਿਹੜਾ ਹੈ ਕੰਪੈਰੀਟਿਵ ਗਵਰਨਮੈਂਟ ਅਤੇ ਪੋਲਿਟਿਕਸ ਦਾ ਜਿਹੜਾ ਵਿਸ਼ੇ ਹੈ ਉਹਦਾ ਅਧਿਐਨ ਕੀਤਾ ਜਾਂਦਾ ਸੀ। ਫਿਰ ਦੋਨਾਂ ਦਾ ਜਿਹੜਾ ਵਿਸ਼ੇ ਵਸਤੂ ਸੀਗਾ ਉਹਦੇ ਵਿੱਚ ਕਾਫੀ ਅੰਤਰ ਸੀਗਾ। ਠੀਕ ਹੈ, ਅਗਰ ਅਸੀਂ ਕੰਪੈਰੀਟਿਵ ਗਵਰਨਮੈਂਟ ਦੀ ਗੱਲ ਕਰੀਏ, ਇਹਦੇ ਵਿੱਚ ਐਨਾਲਿਟੀਕਲ ਅਤੇ ਐਮਪੀਰੀਕਲ ਸਟੱਡੀ ਨਹੀਂ ਹੁੰਦੀ ਸੀ। ਐਨਾਲਿਟੀਕਲ ਮਤਲਬ ਹੁੰਦਾ ਵਿਸ਼ਲੇਸ਼ਾਤਮਕ ਅਤੇ ਐਮਪੀਰੀਕਲ ਦਾ ਮਤਲਬ ਹੁੰਦਾ ਜਿਹੜੀ ਸਟੱਡੀ ਫੈਕਟਸ ਉੱਤੇ ਆਧਾਰਿਤ ਹੁੰਦੀ ਹੈ। ਜਿਹੜੀ ਸਟੱਡੀ ਤੱਥਾਂ ਤੇ ਆਧਾਰਿਤ ਹੁੰਦੀ ਹੈ ਉਹਨੂੰ ਅਸੀਂ ਐਮਪੀਰੀਕਲ ਜਿਹੜੀ ਹੈ ਸਟੱਡੀ ਕਹਿੰਦੇ ਹਾਂ। ਠੀਕ ਹੈ, ਜਦ ਕਿ ਜਿਹੜੀ ਤੁਲਾਤਮਕ ਰਾਜਨੀਤੀ ਸੀਗੀ ਉਹਦਾ 1950 ਤੋਂ ਬਾਅਦ ਵਿਸ਼ੇ ਵਸਤੂ ਵੱਧ ਚੁੱਕਾ ਸੀ। ਸੋ ਉਹਦੇ ਵਿੱਚ ਅਸੀਂ ਵਿਸ਼ਲੇਸ਼ਾਤਮਕ ਅਧਿਐਨ ਵੀ ਕਰਦੇ ਸੀਗੇ ਅਤੇ ਫੈਕਚੁਅਲ ਸਟੱਡੀ ਵੀ ਕਰਦੇ ਸੀ, ਮਤਲਬ ਤੱਥਾਂ ਦੇ ਆਧਾਰਿਤ ਅਧਿਐਨ ਵੀ ਕਰਦੇ ਸੀ। ਠੀਕ ਹੈ, ਹੁਣ ਸਟੱਡੀ ਆਫ ਇਨਫਰਾਸਟ੍ਰਕਚਰ। ਹੁਣ ਇੱਥੇ ਇੱਕ ਵਿਚਾਰਕ ਹੋਇਆ, ਉਹਨਾਂ ਨੇ ਇਨਫਰਾਸਟ੍ਰਕਚਰ ਨੂੰ ਜਿਹੜਾ ਹੈਗਾ ਪਰਿਭਾਸ਼ਿਤ ਕੀਤਾ। ਉਹ ਕੀ ਕਹਿੰਦੇ ਨੇ? No political system remains unaffected from its environment. The total environment in which political system operates, we call it infrastructure. Infrastructure ਕੀ ਹੁੰਦਾ ਹੈ? ਜਿਹਦੇ ਵਿੱਚ ਇੱਕ ਰਾਜਨੀਤਿਕ ਜਿਸ ਵਿਵਸਥਾ ਵਿੱਚ ਜਾਂ ਜਿਸ ਕਾਰਜ ਖੇਤਰ ਵਿੱਚ ਰਾਜਨੀਤਿਕ ਪ੍ਰਣਾਲੀ ਕੰਮ ਕਰਦੀ ਹੈ ਉਹਨੂੰ ਅਸੀਂ ਜਿਹੜਾ ਹੈਗਾ ਇਨਫਰਾਸਟ੍ਰਕਚਰ ਕਹਿੰਦੇ, ਉਹਨੂੰ ਅਸੀਂ ਇਨਫਰਾਸਟ੍ਰਕਚਰ ਕਿਹਾ ਜਾਂਦਾ। ਸੋ ਉਸ ਟਾਈਮ ਤੇ ਕੀ ਸੀਗਾ? ਉਸ ਟਾਈਮ ਤੇ ਮੈਂ ਦੋਨਾਂ ਦਾ ਕੰਪੈਰੀਟਿਵ ਤੁਹਾਨੂੰ ਪੜ੍ਹਾ ਰਿਹਾ, ਦੋਨਾਂ ਦਾ ਸਕੋਪ ਇਕੱਠੇ ਪੜ੍ਹਾ ਰਿਹਾ, ਤਾਂ ਸੋ ਕਨਫਿਊਜ਼ ਨਹੀਂ ਹੋਣਾ। ਜੇ ਕਿਸੇ ਨੂੰ ਕੁਝ ਨਹੀਂ ਸਮਝ ਆਉਂਦਾ ਤੇ ਉਹ ਮੇਰੇ ਕੋਲੋਂ ਜਿਹੜਾ ਹੈਗਾ ਪੁੱਛ ਜਿਹੜਾ ਹੈ ਉਹ ਸਕਦਾ ਹੈ। ਠੀਕ ਹੈ ਜੀ, ਅਗਰ ਹੁਣ ਇਨਫਰਾਸਟ੍ਰਕਚਰ ਮੈਂ ਤੁਹਾਨੂੰ ਦੱਸਿਆ ਇਹੋ ਜਿਹੀ ਵਿਵਸਥਾ ਜਾਂ ਇਹੋ ਜਿਹਾ ਕਾਰਜ ਖੇਤਰ ਜਿਹਦੇ ਵਿੱਚ ਰਾਜਨੀਤਿਕ ਪ੍ਰਣਾਲੀ ਕੰਮ ਕਰਦੀ ਹੈ ਉਹਨੂੰ ਅਸੀਂ ਇਨਫਰਾਸਟ੍ਰਕਚਰ ਕਹਿੰਦੇ ਹਾਂ। ਸੋ ਜਿਹੜੀ ਕੰਪੈਰੀਟਿਵ ਪੋਲਿਟਿਕਸ ਸੀਗੀ ਉਹਦੇ ਵਿੱਚ ਜਿਹੜਾ ਆਪਣੇ ਕਾਰਜ ਖੇਤਰ ਵਿੱਚ ਕੰਮ ਕਰਨ ਤੇ ਜਿਹੜਾ ਹੈ ਕਾਫੀ ਜਿਹੜਾ ਹੈ ਉਹ ਜ਼ੋਰ ਦਿੱਤਾ ਗਿਆ। ਅੱਛਾ, ਜਿਹੜੀ ਤੁਲਾਤਮਕ ਸਰਕਾਰ ਸੀਗੀ ਉਹਦੇ ਵਿੱਚ ਵਿਕਸਿਤ ਸਮਾਜਾਂ ਦਾ ਅਧਿਐਨ ਨਹੀਂ ਹੁੰਦਾ ਸੀ, ਜਦ ਕਿ ਤੁਲਾਤਮਕ ਰਾਜਨੀਤੀ ਦੇ ਵਿੱਚ ਵਿਕਸਿਤ ਸਮਾਜਾਂ ਦਾ ਅਧਿਐਨ ਹੁੰਦਾ ਸੀ। ਹੁਣ ਇੱਥੇ ਇੱਕ ਵਿਚਾਰਕ ਹੋਏ ਨੇ JC ਜੌਹਰੀ, ਉਹ ਕੀ ਕਹਿੰਦੇ ਨੇ? What has added increased the significance? What has added increased the significance to the study of comparative politics is the emphasis more and more writers on politics of developing areas. So ਕਹਿਣ ਦਾ ਮਤਲਬ ਇੱਥੇ ਹੈ ਕਿ ਤੁਲਾਤਮਕ ਸਰਕਾਰ ਦੇ ਅਧੀਨ ਜਿਹੜੇ ਦੇਸ਼ ਬਾਅਦ ਵਿੱਚ ਆਜ਼ਾਦ ਹੋਏ 1950 ਦੇ ਦਸ਼ਕ 'ਚ ਜਾਂ 1960 ਦੇ ਦਸ਼ਕ 'ਚ ਜਾਂ 1970 ਦੇ ਦਸ਼ਕ ਦੇ ਵਿੱਚ, ਉਹ
ਜਿਹੜੇ ਵਿਚਾਰਕ ਸੀਗੇ ਉਹ ਕੇਵਲ ਵਿਕਸਿਤ ਜਿਹੜੇ ਸੰਵਿਧਾਨ ਸੀਗੇ ਜਾਂ ਵਿਕਸਿਤ ਜਿਹੜੇ ਸਮਾਜ ਸੀਗੇ ਉਹਨਾਂ ਦੇ ਅਧਿਐਨ ਉੱਤੇ ਜਿਹੜਾ ਹੈ ਜ਼ੋਰ ਦਿੰਦੇ ਸੀ, ਜਦ ਕਿ ਅੰਡਰ ਡਿਵੈਲਪਡ ਜਿਹੜੀਆਂ ਸੁਸਾਇਟੀ ਸੀਗੀਆਂ ਉਹਦੇ ਉੱਤੇ ਜ਼ੋਰ ਨਹੀਂ ਦਿੰਦੇ ਸੀ। ਹੁਣ ਇੱਥੇ ਜੇਸੀ ਜੋਰੀ ਇਹ ਵੀ ਕਹਿੰਦੇ ਨੇ ਕਿ ਟ੍ਰੈਡੀਸ਼ਨਲ ਪੋਲੀਟੀਕਲ ਸਾਇੰਟਿਸਟ generally laid more emphasis on the study of constitutional system, ਸੰਵਿਧਾਨਿਕ ਪ੍ਰਣਾਲੀਆਂ ਉੱਤੇ ਜ਼ਿਆਦਾ ਜ਼ੋਰ ਸੀਗਾ ਕਿਹੜੀਆਂ ਵੈਸਟਰਨ ਐਂਡ ਯੂਰਪੀਅਨ ਕੰਟਰੀਜ਼। However, after the end of first and second world war, ਜਦੋਂ ਪਹਿਲਾ ਵਿਸ਼ਵ ਯੁੱਧ ਖਤਮ ਹੋਇਆ ਜਾਂ ਦੂਸਰਾ ਵਿਸ਼ਵ ਯੁੱਧ ਖਤਮ ਹੋਇਆ, ਉਸ ਤੋਂ ਬਾਅਦ ਜਿਹੜੀ ਰਾਜਨੀਤੀ ਸ਼ਾਸਤਰ ਸੀਗਾ ਉਹਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਡਿਵੈਲਪਮੈਂਟ ਹੋਈ ਕਿ ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ ਇੱਕ ਕ੍ਰਾਂਤੀ ਹੋਈ ਰਾਜਨੀਤੀ ਸ਼ਾਸਤਰ ਦੇ ਖੇਤਰ ਦੇ ਵਿੱਚ, ਜਿਹਨੂੰ ਵਿਵਹਾਰਿਕ ਕ੍ਰਾਂਤੀ ਦੇ ਨਾਂ ਨਾਲ ਅਸੀਂ ਜਾਣਦੇ ਹਾਂ। ਇਸ ਵਿਵਹਾਰਿਕ ਕ੍ਰਾਂਤੀ ਨੇ ਕੀ ਕੀਤਾ, ਜਿਹੜਾ ਸਕੋਪ ਅਤੇ ਨੇਚਰ ਸੀਗਾ ਉਹਦੇ ਪੋਲੀਟੀਕਲ ਸਾਇੰਸ ਦਾ ਪੂਰੀ ਤਰ੍ਹਾਂ ਨਾਲ ਨੂੰ ਬਦਲ ਕੇ ਰੱਖ ਦਿੱਤਾ। ਨਵੀਂ ਟਰਮੀਨੋਲੋਜੀ ਆਈ, ਨਵੇਂ ਰਾਜਨੀਤਿਕ ਵਿਚਾਰਕ ਆਏ, ਔਰ ਰਾਜਨੀਤਿਕ ਵਿਚਾਰਕਾਂ ਨੂੰ ਜਿਹੜਾ ਸੀ ਫਾਈਨੈਂਸ਼ੀਅਲ ਸਪੋਰਟ ਦਿੱਤੀ ਅਮਰੀਕਨ ਗਵਰਨਮੈਂਟ ਨੇ। ਸੋ ਜਰਮਨੀ ਤੋਂ, ਫਰਾਂਸ ਤੋਂ, ਇੰਗਲੈਂਡ ਤੋਂ, ਹੋਰ ਕੰਟਰੀਜ਼ ਤੋਂ ਜਿਹੜੇ ਵਿਚਾਰਕ ਸੀਗੇ ਉਹ ਆਏ, ਉਹਨਾਂ ਨੇ ਜਿਹੜਾ ਸੀਗਾ ਇਹਦੇ ਉੱਤੇ ਕਾਫੀ ਜ਼ੋਰ ਦਿੱਤਾ। ਔਰ ਡਿਵੈਲਪਿੰਗ ਸੁਸਾਇਟੀਜ਼ ਦੇ ਨਾਲ ਨਾਲ ਜਿਹੜੀਆਂ ਅੰਡਰ ਡਿਵੈਲਪਡ ਸੁਸਾਇਟੀਜ਼ ਸੀਗੀਆਂ ਉਹਨਾਂ ਦੇ ਅਧਿਐਨ ਉੱਤੇ ਵੀ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਸੋ ਇਹ ਜਿਹੜਾ ਮੈਂ ਸਕੋਪ ਡਿਸਕਸ ਕਰ ਰਿਹਾ ਕੰਪੈरेटिवली ਕਰ ਰਿਹਾ। ਹੁਣ ਅਗਲਾ ਪੁਆਇੰਟ ਆਪਾਂ ਡਿਸਕਸ ਕਰਦੇ ਹਾਂ, ਵੈਲਿਊ ਫ੍ਰੀ ਸਟੱਡੀ। ਹੁਣ ਵੈਲਿਊ ਕੀ ਹੁੰਦੀ ਹੈ? ਵੈਲਿਊ ਦਾ ਮਤਲਬ ਇੱਥੇ ਸਮਾਜਿਕ ਮਾਨਤਾਵਾਂ ਨਹੀਂ ਹੈ। ਵੈਲਿਊ ਦਾ ਮਤਲਬ ਹੈ ਕਿ ਜਿਹੜੇ ਮਾਪਦੰਡਾਂ ਦੇ ਆਧਾਰ ਉੱਤੇ ਅੱਗੇ ਰਾਜਨੀਤੀ ਸ਼ਾਸਤਰ ਜਾਂ ਤੁਲਾਤਮਕ ਰਾਜਨੀਤੀ ਨੂੰ ਪੜ੍ਹਿਆ ਜਾਂਦਾ ਸੀ, ਉਹਨੂੰ ਆਪਾਂ ਕਹਿੰਦੇ ਹਾਂ। ਹੁਣ ਕੀ ਹੋਇਆ 1950 ਤੋਂ ਬਾਅਦ ਜਿਹੜੇ ਅਸੀਂ ਸੀਗੇ, ਅਸੀਂ ਫੈਕਟਸ ਉੱਤੇ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਅਸੀਂ ਫੈਕਟਸ ਨੂੰ ਪ੍ਰਮੁੱਖਤਾ ਰੱਖ ਕੇ ਜਿਹੜਾ ਆਪਣਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ, ਜਦ ਕਿ ਉਹਨੂੰ ਆਪਾਂ ਵੈਲਿਊ ਫ੍ਰੀ ਸਟੱਡੀ ਕਹਿੰਦੇ ਹਾਂ। ਹੁਣ ਇੱਥੇ ਇੱਕ ਵਿਚਾਰਕ ਹੋਏ ਨੇ ਜੇਸੀ ਜੋਰੀ, ਉਹ ਕੀ ਕਹਿੰਦੇ ਨੇ, the concern of the students of comparative politics is not with the things they ought to be in their ideal form. It is with what they are. James Bryce has said this time, the time seems to have arrived when the actualities of the government in various forms of should be investigated. ਸੋ ਕਹਿੰਦਾ ਜੇਸੀ ਜੋਰੀ ਦਾ ਕਹਿਣਾ ਇਹ ਹੈ ਕਿ ਅਸੀਂ ਹੁਣ ਚੀਜ਼ਾਂ ਨੂੰ ਉਦਾਂ ਨਹੀਂ ਪੜਾਂਗੇ ਜਿੱਦਾਂ ਪਹਿਲੇ ਪੜ੍ਹਦੇ ਸੀ। ਅਸੀਂ ਆਪਣੀਆਂ ਚੀਜ਼ਾਂ ਨੂੰ ਜਿਹੜਾ ਹੈ, ਰਾਜਨੀਤਿਕ ਚੀਜ਼ਾਂ ਨੂੰ ਨਵੇਂ ਢੰਗ ਨਾਲ ਪੜਾਂਗੇ। ਅਸੀਂ ਤੱਤਾਂ ਦਾ ਜਾਂ ਅਸੀਂ ਜਿਹੜੇ ਤੱਥ ਹੈ ਉਹਨਾਂ ਦਾ ਇਸਤੇਮਾਲ ਕਰਾਂਗੇ ਆਪਣੇ ਕਨਕਲੂਜਨਸ ਤੱਕ ਪਹੁੰਚਣ ਵਾਸਤੇ। ਦੂਸਰੀ ਗੱਲ ਉਹਨੇ ਇਹ ਕਹੀ, ਇੱਕ ਹੋਰ ਵਿਚਾਰਕ ਹੋਏ ਜੇਮਸ ਬ੍ਰਾਇਸ, ਕੀ ਕਹਿੰਦਾ ਹੈਗਾ, ਐਕਚੁਅਲਿਟੀਜ਼ ਆਫ ਗਵਰਨਮੈਂਟ। ਜੇ ਅਸੀਂ ਗਵਰਨਮੈਂਟ ਦੀ ਫੰਕਸ਼ਨਿੰਗ ਨੂੰ ਐਕਚੁਅਲੀ ਪੜ੍ਹਨਾ ਹੈ, ਪ੍ਰੈਕਟੀਕਲੀ ਪੜ੍ਹਨਾ ਹੈ, ਉਹਦੇ ਲਈ ਸਾਨੂੰ ਉਹਦੀ ਫੈਕਚੁਅਲ ਸਟੱਡੀ ਜਿਹੜੀ ਹੈ ਕਰਨੀ ਜਿਹੜੀ ਹੈ ਜ਼ਰੂਰੀ ਹੈ। ਸੋ ਇਹ ਇੱਕ ਸੀ ਚੇਂਜ ਆਇਆ ਕਿ ਜਦ ਕਿ ਜਿਹੜੀ ਤੁਲਾਤਮਕ ਸਰਕਾਰ ਸੀ ਉਹਦੇ ਵਿੱਚ ਵੈਲਿਊ ਬੇਸਡ ਸਟੱਡੀ ਹੁੰਦੀ ਸੀਗੀ, ਔਰ ਜਿਹੜੀ ਤੁਲਾਤਮਕ ਰਾਜਨੀਤੀ ਹੈ ਉਹਦੇ ਵਿੱਚ ਵੈਲਿਊ ਬੇਸਡ ਸਟੱਡੀ ਦਾ ਕਨਸੈਪਟ ਜਿਹੜਾ ਸੀਗਾ ਉਹ ਆ ਗਿਆ। ਕੁਐਸਟ ਆਫ ਥਿਊਰੀ ਬਿਲਡਿੰਗ। The purpose and study of comparative government and politics is not to make comparative study of similarities and dissimilarities of different political systems, rather through comparison to build a theory. ਹੁਣ ਉਹ ਕਹਿੰਦਾ ਕਿ ਪਹਿਲੇ ਜਿਹੜਾ ਤੁਲਾਤਮਕ ਸਰਕਾਰ ਦਾ ਅਧਿਐਨ ਹੁੰਦਾ ਸੀ ਉਹਦੇ ਅੰਤਰਗਤ ਜਿਹੜਾ ਅਧਿਐਨ ਹੁੰਦਾ ਸੀਗਾ, ਜਾਂ ਜਿਹੜਾ ਟ੍ਰੈਡੀਸ਼ਨਲ ਕੰਪੈਰੇਟਿਵ ਮੈਥਡ ਸੀਗਾ ਉਹਦੇ ਵਿੱਚ ਜਿਹੜਾ ਅਧਿਐਨ ਹੁੰਦਾ ਸੀਗਾ, ਉਹਦਾ ਜਿਹੜਾ ਖੇਤਰ ਅਧਿਕਾਰ ਸੀਗਾ ਬਹੁਤ ਜ਼ਿਆਦਾ ਸੀਮਿਤ ਸੀ। ਮਤਲਬ ਕਿ ਅਸੀਂ ਕੀ ਕਰੀਦਾ ਸੀਗਾ, ਮੰਨ ਲਓ ਇੱਕ ਪੋਲੀਟੀਕਲ ਇੰਸਟੀਟਿਊਸ਼ਨ ਹੈ, ਉਸ ਪੋਲੀਟੀਕਲ ਇੰਸਟੀਟਿਊਸ਼ਨ ਦੀ ਅਸੀਂ ਉਹਨੂੰ ਹਿਸਟੋਰੀਕਲੀ ਪੜ੍ਹ ਲਿਆ,
ਇਤਿਹਾਸਿਕ ਰੂਪ ਨਾਲ ਪੜ੍ਹ ਲਿਆ, ਉਹਦਾ ਵਿਕਾਸ ਦੇਖ ਲਿਆ, ਉਹਦੀ ਉਤਪत्ति ਦੇਖ ਲਈ। ਫਿਰ ਦੂਸਰੀ ਗੱਲ ਉਹਦੀਆਂ ਸ਼ਕਤੀਆਂ ਅਤੇ ਜਿਹੜੇ ਕੰਮ ਹੈ ਉਹਨਾਂ ਦਾ ਅਧਿਐਨ ਕਰ ਲਿਆ। ਫਿਰ ਅਗਰ ਉਸ ਸੰਸਥਾ ਨੂੰ ਅਸੀਂ ਆਈਡੀਅਲ ਸੰਸਥਾ ਬਣਾਉਣਾ ਹੈ ਜਾਂ ਉਸ ਸੰਸਥਾ ਨੂੰ ਅਸੀਂ ਆਈਡੀਅਲ ਰੂਪ ਦੇ ਵਿੱਚ ਦੇਖਣਾ ਹੈ, ਤਾਂ ਉਸ ਸੰਸਥਾ ਨੂੰ ਆਈਡੀਅਲ ਬਣਾਉਣ ਵਾਸਤੇ ਕਿਹੜੇ ਕਿਹੜੇ ਕਾਰਕ ਜਾਂ ਕਿਹੜੇ ਕਿਹੜੇ ਕੰਮ ਸਾਨੂੰ ਕਰਨੇ ਪੈਣਗੇ ਕਿ ਜਿਹਦੇ ਨਾਲ ਉਹ ਸੰਸਥਾ ਜਿਹੜੀ ਹੈ ਉਹ ਜਿਹੜੀ ਹੈਗੀ ਹੈ ਉਹ ਕਾਰਕ ਆਈਡੀਅਲ ਬਣ ਜਾਵੇ, ਜਾਂ ਮਤਲਬ ਕਿ ਸੋ ਇਹ ਚੀਜ਼ ਨੂੰ, ਇਸ ਚੀਜ਼ ਤੋਂ ਅਸੀਂ ਫ੍ਰੀ ਹੋ ਗਏ, ਇਸ ਚੀਜ਼ ਤੋਂ ਅਸੀਂ ਮੁਕਤ ਹੋ ਗਏ 1950 ਤੋਂ ਬਾਅਦ। ਅਸੀਂ ਤੁਲਾਤਮਕ ਰਾਜਨੀਤੀ ਦੇ ਅੰਦਰ ਜਿਹੜੇ ਸੰਵਿਧਾਨਿਕ ਵਿਵਸਥਾਵਾਂ ਸੀਗੀਆਂ ਜਾਂ ਪੋਲੀਟੀਕਲ ਸਿਸਟਮ ਸੀਗੇ, ਉਹਨਾਂ ਦੀਆਂ ਸਿਮਿਲੈਰਿਟੀਜ਼ ਜਾਂ ਡਿਸਸਿਮਿਲੈਰਿਟੀਜ਼ ਬਾਰੇ ਅਧਿਐਨ ਕਰ ਰਹੇ ਸੀ। ਪਰ ਉਹਦਾ ਮੰਤਵ ਕੀ ਸੀ, ਉਹਦਾ ਉਦੇਸ਼ ਕੀ ਸੀਗਾ? ਉਹਦਾ ਉਦੇਸ਼ ਸੀਗਾ ਕਿ ਅਸੀਂ ਇਹਨਾਂ ਨੂੰ ਜਿਹੜਾ ਹੈ ਨਵੀਂ ਜਿਹੜਾ ਸਿਧਾਂਤ ਨਿਰਮਾਣ ਹੈ ਉਹਦੇ ਵੱਲ ਲੈ ਕੇ ਜਾਣਾ, ਜਾਂ ਨਵਾਂ ਸਿਧਾਂਤ ਨਿਰਮਾਣ ਲੈ ਕੇ ਜਾਣਾ। ਅਸਲੀ ਉਦੇਸ਼ ਇਹ ਸੀਗਾ ਕਿ ਸਿਮਿਲੈਰਿਟੀਜ਼ ਅਤੇ ਡਿਸਸਿਮਿਲੈਰਿਟੀਜ਼ ਮਤਲਬ ਜਿਹੜੀਆਂ ਭਿੰਨਤਾਵਾਂ ਹੈ ਔਰ ਜਿਹੜੀਆਂ ਭਿੰਨਤਾਵਾਂ ਨਹੀਂ ਹੈ, ਉਹਦਾ ਮੂਲ ਅਧਿਐਨ ਕਰਕੇ ਇੱਕ ਨਵੇਂ ਸਿਧਾਂਤ ਦਾ ਨਿਰਮਾਣ ਕਰਨਾ, ਇੱਕ ਨਵੇਂ ਸਿਧਾਂਤ ਨੂੰ ਉਤਪੰਨ ਜਿਹੜਾ ਕਰਨਾ, ਇਹ ਜਿਹੜਾ ਸੀਗਾ ਸਾਡਾ ਮੂਲ ਜਿਹੜਾ ਸੀਗਾ ਤੱਤ ਹੁੰਦਾ ਸੀ, ਮੂਲ ਤੱਤ ਇਹ ਹੁੰਦਾ ਸੀ। ਠੀਕ ਹੈ। ਫਿਰ ਇੱਕ ਅਗਲਾ ਹੋਰ ਪੁਆਇੰਟ ਹੈ ਹੌਰੀਜ਼ੌਨਟਲ ਐਂਡ ਵਰਟੀਕਲ ਕੰਪੈਰੀਜ਼ਨ। The traditional political scientists laid emphasis on the study of constitutional systems of different constitutions in common terminology. ਠੀਕ ਹੈ ਜੀ। ਜਿਹੜੇ ਪਰੰਪਰਾਵਾਦੀ ਤੁਲਾਤਮਕ ਰਾਜਨੀਤੀ ਦੇ ਵਿਚਾਰਕ ਸੀਗੇ, ਉਹਨਾਂ ਨੇ ਜ਼ਿਆਦਾ ਰੋਲ, ਜ਼ਿਆਦਾ ਜਿਹੜਾ ਜ਼ੋਰ ਸੀਗਾ ਸੰਵਿਧਾਨਿਕ ਪ੍ਰਣਾਲੀਆਂ ਵੱਖ-ਵੱਖ ਦੇਸ਼ਾਂ ਦੀ, ਵਿਸ਼ੇਸ਼ ਕਰਕੇ ਯੂਰਪੀਅਨ ਦੇਸ਼ਾਂ ਦੀਆਂ ਜਿਹੜੀਆਂ ਸੰਵਿਧਾਨਿਕ ਪ੍ਰਣਾਲੀਆਂ ਸੀਗੀਆਂ, ਉਹਨੇ ਪੜ੍ਹਨ ਉੱਤੇ ਜ਼ੋਰ ਦਿੱਤਾ, ਉਹਨੂੰ ਪੜ੍ਹਨ ਉੱਤੇ ਜ਼ੋਰ ਦਿੱਤਾ। It is known as horizontal comparison। ਠੀਕ ਹੈ ਜੀ। horizontal ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਸਮਤਲ, ਸਮਤਲ ਜਿਹੜਾ ਰੇਦਾ ਪਰ। ਠੀਕ ਹੈ ਜੀ। ਔਰ ਜਿਹੜੇ modern political scientists have laid emphasis on comparative study of political systems at work within a single political system is known as vertical comparison। ਜਿਹੜੇ ਆਧੁਨਿਕ ਤੁਲਾਤਮਕ ਵਿਧੀ ਦੇ ਵਿਚਾਰਕ ਸੀਗੇ, ਉਹਨਾਂ ਨੇ ਪੋਲੀਟੀਕਲ ਇੰਸਟੀਟਿਊਸ਼ਨਸ ਐਟ ਵਰਕ ਵਿਦਿਨ ਅ ਸਿੰਗਲ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀਆਂ ਪੋਲੀਟੀਕਲ ਇੰਸਟੀਟਿਊਸ਼ਨਸ ਹੁੰਦੀਆਂ ਸੀ, ਉਹਦਾ ਕੰਪੈਰੀਜ਼ਨ ਵੀ ਕਰਨਾ ਸ਼ੁਰੂ ਕੀਤਾ। ਅੱਗੇ ਨਹੀਂ ਹੁੰਦਾ ਸੀ, 1950 ਤੋਂ ਪਹਿਲਾਂ ਇਹ ਚੀਜ਼ ਜਿਹੜੀ ਹੈ ਉਹ ਸਾਨੂੰ ਜਿਹੜਾ ਹੈ ਦੇਖਣ ਨੂੰ ਨਹੀਂ ਮਿਲਦੀ ਸੀ। ਇਸ ਵਰਟੀਕਲ ਅਤੇ ਹੌਰੀਜ਼ੌਨਟਲ ਕੰਪੈਰੀਜ਼ਨ, ਦੋਨੋਂ ਤਰ੍ਹਾਂ ਦੇ ਕੰਪੈਰੀਜ਼ਨ ਜਿਹੜੇ ਹੈ ਉਹ ਹੋਣੇ ਸ਼ੁਰੂ ਹੋ ਗਏ। ਫਿਰ ਅਗਰ ਕੰਪੈਰੀਟਿਵ ਪੋਲੀਟੀਕਲ ਸਿਸਟਮਸ ਦਾ ਜਿਹੜਾ ਅਸੀਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ, ਉਹ ਜਿਹੜਾ ਸਟੱਡੀ ਆਫ ਕਨਸਟੀਟਿਊਸ਼ਨਲ ਸਿਸਟਮਸ ਜਿਹੜਾ ਹੈ, ਹੁਣ ਤੁਸੀਂ ਆਪਣੀਆਂ ਕਿਤਾਬਾਂ ਲਿਖ ਲਓ। ਇੱਕ ਦਿਨ ਮੈਂ ਫਿਰ ਤੁਹਾਡੀ ਲਾਈਵ ਕਲਾਸ ਲਵਾਂਗਾ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗਾ ਜਿਹੜੀ ਤੁਹਾਡੀ ਕਿਤਾਬ ਹੈ ਉਹਦੇ ਵਿੱਚ ਜਦੋਂ ਅਸੀਂ ਵਿਸ਼ਾ ਵਸਤੂ ਡਿਸਕਸ ਕਰਦੇ ਹਾਂ ਤੇ ਕੰਪੈਰੀਟਿਵ ਗਵਰਨਮੈਂਟ ਅਤੇ ਪੋਲੀਟਿਕਸ ਦਾ ਵਿਸ਼ਾ ਵਸਤੂ ਇਕੱਠਾ ਹੀ ਦਿੱਤਾ ਹੋਵੇ। ਸੋ ਉਹਦੇ ਜੋ ਮੈਂ ਤੁਹਾਨੂੰ ਦੱਸ ਦੂੰਗਾ ਕਿਹੜੇ ਪੁਆਇੰਟ ਤੁਲਾਤਮਕ ਸਰਕਾਰ ਚ ਆਣੇ ਹੈ ਤੇ ਕਿਹੜੇ ਪੁਆਇੰਟ ਤੁਲਾਤਮਕ ਰਾਜਨੀਤੀ ਦੇ ਵਿੱਚ ਆਣੇ ਹੈ। ਸੋ ਇਹਦੇ ਵਿੱਚ ਸਟੱਡੀ ਆਫ ਪਾਵਰ, ਇਨਫਲੂਐਂਸ ਐਂਡ ਅਥਾਰਟੀ, ਸ਼ਕਤੀ ਦਾ ਅਧਿਐਨ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਤੁਲਾਤਮਕ ਰਾਜਨੀਤੀ ਦੇ ਵਿੱਚ। ਫਿਰ ਅਸੀਂ ਪ੍ਰਭਾਵ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਤੁਲਾਤਮਕ ਰਾਜਨੀਤੀ 'ਚ। ਫਿਰ ਅਸੀਂ ਸੱਤਾ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਪਾਵਰ ਦਾ ਪ੍ਰਯੋਗ ਕੌਣ ਕਰਦਾ ਹੈ, ਪਾਵਰ ਆਉਂਦੀ ਕਿੱਦਾਂ ਹੈ, ਪਾਵਰ ਦੇ ਸਰੋਤ ਕਿਹੜੇ ਕਿਹੜੇ ਹੁੰਦੇ ਆ, ਪਾਵਰ ਦੀਆਂ ਵਿਸ਼ੇਸ਼ਤਾਵਾਂ ਕੀ ਕੀ ਹੈ। ਸੋ ਸ਼ਕਤੀ ਨੂੰ ਅਸੀਂ ਪੂਰੇ ਰੂਪ ਦੇ ਵਿੱਚ, ਫਿਰ ਸ਼ਕਤੀ ਦੀ ਅਗਰ ਗੱਲ ਕਰੀਏ ਅਸੀਂ, वन डायमेंशनल व्यू पॉइंट ऑफ पावर की है, टू डायमेंशनल व्यू पॉइंट ऑफ पावर की है, फिर थ्री डायमेंशनल व्यू पॉइंट ऑफ पावर की है, पावर एज प्रभाव के रूप दे विच शक्ति की है, प्रभुत्व के रूप दे विच शक्ति की है। ठीक है जी। फिर जे कह लो
ਆਪਣੇ ਗਿਆਨ ਦੇ ਰੂਪ ਦੇ ਵਿੱਚ ਸ਼ਕਤੀ ਕਿਸ ਤਰ੍ਹਾਂ ਕੰਮ ਕਰਦੀ ਹੈ, ਜਾਂ ਗਿਆਨ ਕਿਸ ਤਰ੍ਹਾਂ ਕਾਰਕ ਹੈ ਸ਼ਕਤੀ ਦਾ, ਗਿਆਨ ਤੋਂ ਸ਼ਕਤੀ ਕਿਸ ਤਰ੍ਹਾਂ ਉਤਪੰਨ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਅਧਿਐਨ ਹੈ ਅਸੀਂ ਜਿਹੜਾ ਹੈ ਤੁਲਾਤਮਕ ਜਾਂ ਆਧੁਨਿਕ ਤੁਲਾਤਮਕ ਰਾਜਨੀਤੀ, ਠੀਕ ਹੈ, ਜਾਂ ਫਿਰ ਇਹਨੂੰ ਆਪਾਂ ਤੁਲਾਤਮਕ ਰਾਜਨੀਤੀ ਵੀ ਕਹਿ ਦਿੰਦੇ। ਅਗਰ ਤੁਹਾਨੂੰ ਉੱਥੇ ਪੁੱਛ ਲੈਣ ਕਿ ਆਧੁਨਿਕ ਤੁਲਾਤਮਕ ਰਾਜਨੀਤੀ ਦਾ ਵਿਸ਼ਲੇਸ਼ਣ ਕਰੋ ਜਾਂ ਉਹਦੇ ਵਿਸ਼ੇ ਵਸਤੂ ਬਾਰੇ ਦੱਸੋ, ਤਾਂ ਉਹ ਸੇਮ ਹੀ ਪੁਆਇੰਟ ਆਉਂਦਾ, ਠੀਕ ਹੈ ਜੀ। ਹੁਣ ਇੱਥੇ ਇੱਕ ਹੋਰ ਪੁਆਇੰਟ ਹੈਗਾ ਪੋਲੀਟੀਕਲ ਪਾਰਟਿਸਿਪੇਸ਼ਨ, ਪੋਲੀਟੀਕਲ ਆਈਡੀਓਲੋਜੀਜ਼, ਰਾਜਨੀਤਿਕ ਵਿਚਾਰਧਾਰਾਵਾਂ ਦਾ ਅਧਿਐਨ ਹੋਣਾ ਸ਼ੁਰੂ ਹੋ ਗਿਆ। ਰਾਜਨੀਤਿਕ ਜਿਹੜਾ ਭਾਗੀਦਾਰੀ ਦਾ ਅਧਿਐਨ ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਫਿਰ ਪੋਲੀਟੀਕਲ ਜਿਹੜੇ ਗਰੁੱਪਸ ਸੀਗੇ ਉਹਨਾਂ ਦਾ ਅਸੀਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਕਿ ਫਾਰਮਲ, ਹੁਣ ਦੋ ਤਰ੍ਹਾਂ ਦੀਆਂ ਸੰਸਥਾਵਾਂ ਹੁੰਦੀਆਂ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ। ਇੱਕ ਨੂੰ ਆਪਾਂ ਕਹਿੰਦੇ ਰਸਮੀ ਸੰਸਥਾਵਾਂ ਜਾਂ ਸੰਵਿਧਾਨਿਕ ਸੰਸਥਾਵਾਂ, ਜਾਂ ਸੰਵਿਧਾਨਿਕ ਢਾਂਚੇ ਜਾਂ ਗੈਰ ਸੰਵਿਧਾਨਿਕ ਢਾਂਚੇ। ਸੰਵਿਧਾਨਿਕ ਢਾਂਚੇ ਕਿਹੜੇ ਕਿਹੜੇ ਹੁੰਦੇ ਆ? ਕਾਰਜਪਾਲਿਕਾ, ਵਿਧਾਨ ਪਾਲਿਕਾ ਅਤੇ ਨਿਆਂਪਾਲਿਕਾ। ਇਹਨਾਂ ਨੂੰ ਆਪਾਂ ਸੰਵਿਧਾਨਿਕ ਢਾਂਚੇ ਜਿਹੜੇ ਆ ਮੰਨਦੇ ਆ। ਗੈਰ ਸੰਵਿਧਾਨਿਕ ਢਾਂਚੇ ਕਿਹੜੇ ਕਿਹੜੇ ਹੁੰਦੇ ਆ? ਰਾਜਨੀਤਿਕ ਦਲ ਹੋ ਗਏ, ਫਿਰ ਪ੍ਰੈਸ਼ਰ ਗਰੁੱਪਸ ਹੋ ਗਏ, ਦਬਾਅ ਸਮੂਹ ਹੋ ਗਏ, ਹਿੱਤ ਸਮੂਹ ਹੋ ਗਏ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਹੋ ਗਈਆਂ। ਇਹ ਜਿਹੜੀਆਂ ਸਾਰੀਆਂ ਜਿਹੜੀਆਂ ਵਿਵਸਥਾਵਾਂ ਹੈਗੀਆਂ, ਠੀਕ ਹੈ ਜੀ, ਉਹਦਾ ਜਿਹੜਾ ਅਧਿਐਨ ਹੈ ਅਸੀਂ ਜਿਹੜਾ ਹੈ ਪਹਿਲੇ ਨਹੀਂ ਕਰਦੇ ਸੀ। ਇਹ ਜਿਹੜੀਆਂ ਸਾਰੀਆਂ ਵਿਵਸਥਾਵਾਂ ਹੈ ਉਹਦਾ ਅਧਿਐਨ ਜਿਹੜਾ ਹੈ ਉਹ ਪਹਿਲੇ ਨਹੀਂ ਹੁੰਦਾ ਸੀ। ਜਦ ਕਿ ਤੁਲਾਤਮਕ ਰਾਜਨੀਤੀ ਦੇ ਅਧੀਨ ਜਾਂ ਆਧੁਨਿਕ ਤੁਲਾਤਮਕ ਵਿਧੀ ਦੇ ਅਧੀਨ ਜਿਹੜਾ ਅਸੀਂ ਜਿਹੜੀਆਂ ਗੈਰ ਰਸਮੀ ਸੰਸਥਾਵਾਂ ਸੀਗੀਆਂ, ਜਿੱਦਾਂ ਪੋਲੀਟੀਕਲ ਪਾਰਟੀਜ਼ ਹੋ ਗਈਆਂ, ਪ੍ਰੈਸ਼ਰ ਗਰੁੱਪਸ ਹੋ ਗਏ, NGOs ਹੋ ਗਈਆਂ, ਮਲਟੀਨੈਸ਼ਨਲ ਕਾਰਪੋਰੇਸ਼ਨ ਹੋ ਗਏ, ਇਹਦਾ ਅਧਿਐਨ ਜਿਹੜਾ ਸੀਗਾ ਉਹ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ, ਇਹਦੇ ਨਾਲ ਤੁਹਾਡਾ ਇਹ ਕੁਐਸਚਨ ਖਤਮ ਹੁੰਦਾ ਹੈ। ਤੇ ਕੱਲ ਨੂੰ ਅਸੀਂ ਤੁਲਾਤਮਕ ਸਰਕਾਰ ਅਤੇ ਰਾਜਨੀਤੀ ਨੂੰ ਪੜ੍ਹਨ ਦੀ ਕੀ ਮਹੱਤਤਾ ਹੈ ਉਹਦੇ ਉੱਤੇ ਚਰਚਾ ਕਰਾਂਗੇ। ਉਸ ਤੋਂ ਬਾਅਦ ਸਾਡਾ ਇਹ ਚੈਪਟਰ ਜਿਹੜਾ ਹੈ ਖਤਮ ਹੋ ਗਿਆ। ਨਹੀਂ, ਹਲੇ ਇਸ ਤੋਂ ਬਾਅਦ ਇੱਕ ਕੁਐਸਚਨ ਹੋਰ ਬਣਦਾ ਹੈ, ਪ੍ਰੋਬਲਮਸ ਐਂਡ ਲਿਮਿਟੇਸ਼ਨਸ ਆਫ ਸਟੱਡੀ ਆਫ ਕੰਪੈਰੀਟਿਵ ਪੋਲਿਟਿਕਸ। ਠੀਕ ਹੈ ਜੀ, ਇਹ ਅਸੀਂ ਕੱਲ ਨੂੰ ਕਰਾਂਗੇ। ਤੇ ਅੱਜ ਦਾ ਲੈਕਚਰ ਮੈਂ ਇੱਥੇ ਸਮਾਪਤ ਕਰਦਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਾਣੇ ਜਿਹੜੇ ਇਸ ਲੈਕਚਰ ਨੂੰ ਸੁਣ ਕੇ ਆਪਣੀ ਅਟੈਂਡੈਂਸ ਜਿਹੜੀ ਹੈ ਉਹ ਸਮੇਂ ਸਿਰ ਜਿਹੜੀ ਹੈ ਪੋਸਟ ਜਿਹੜੀ ਹੈ ਕਰ ਦਊਂਗੇ। ਥੈਂਕ ਯੂ ਫॉर ਅਟੈਂਡਿੰਗ।